ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਐਸਏ ਐਜੂਕੇਸ਼ਨ YouTube ਚੈਨਲ ਤੇ। ਤਾਂ ਦੋਸਤੋ, ਅਸੀਂ ਇਤਿਹਾਸ ਦੇ ਵਿੱਚ ਕਰ ਰਹੇ ਸੀਗੇ ਬ੍ਰਿਟਿਸ਼ ਸ਼ਾਸਨ ਦੇ ਅਧੀਨ ਸਿੱਖਿਆ ਨੀਤੀਆਂ। ਤਾਂ ਦੋਸਤੋ, ਇਸ ਤੋਂ ਪਹਿਲਾਂ ਅਸੀਂ ਇਸ ਦੇ ਰਿਲੇਟਡ 3 ਵੀਡੀਓ ਪਾ ਚੁੱਕੇ ਹਾਂ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਜ਼ਰੂਰ ਚੈੱਕ ਆਊਟ ਕਰ ਲਿਓ, ਕਿਉਂਕਿ ਇਹ ਟੌਪਿਕ ਮਾਸਟਰ ਗਾਰਡਰ ਦੇ ਰਿਲੇਟਡ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਤਾਂ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਜੋ 1904 ਤੱਕ ਅਸੀਂ ਕਰ ਲਿਆ ਸੀਗਾ। 1904 ਦੇ ਵਿੱਚ ਦੋਸਤੋ ਯੂਨੀਵਰਸਿਟੀ ਕਮਿਸ਼ਨ ਆਇਆ ਸੀਗਾ, ਆਯੋਗ ਆਇਆ ਸੀ, ਜੋ ਕਿ 1904 ਦੇ ਵਿੱਚ ਆਇਆ ਸੀ। ਤਾਂ ਅੱਜ ਅਸੀਂ ਇਸ ਤੋਂ ਬਾਅਦ ਦੇ ਵਿੱਚ ਜੋ ਵੀ ਆਯੋਗ ਜਾਂ ਜੋ ਕਹਿ ਸਕਦੇ ਆ ਕਿ ਜੋ ਵੀ ਆਯੋਗ ਆਇਆ ਇਸ ਤੋਂ ਬਾਅਦ ਆਇਆ ਸੀਗਾ ਦੋਸਤੋ 1917 ਦੇ ਵਿੱਚ ਸੈਂਡਲਰ ਆਯੋਗ। ਦੋਸਤੋ, ਇਸ ਆਯੋਗ ਦੇ ਆਉਣ ਦੇ ਜੋ ਕਾਰਨ ਸਨ ਉਹ ਕੀ ਸਨ, ਇਹਨਾਂ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੋਏਗਾ। ਤਾਂ ਦੋਸਤੋ, ਜਦੋਂ 1917 ਦੇ ਵਿੱਚ ਸੈਂਡਲਰ ਆਯੋਗ ਆਇਆ ਤਾਂ ਉਸ ਸਮੇਂ ਜੋ ਭਾਰਤ ਦਾ ਗਵਰਨਰ ਜਨਰਲ ਸੀ ਉਹ ਸੀਗਾ ਚੇਮਸਫੋਰਡ। ਦੋਸਤੋ, ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕਿ ਜਦੋਂ ਸੈਂਡਲਰ ਆਯੋਗ ਭਾਰਤ ਆਇਆ ਤਾਂ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ, ਤਾਂ ਚੇਮਸਫੋਰਡ ਇਸ ਸਮੇਂ ਦੋਸਤੋ ਭਾਰਤ ਦਾ ਗਵਰਨਰ ਜਨਰਲ ਸੀ। ਤਾਂ ਦੋਸਤੋ, ਜੋ ਸੈਂਡਲਰ ਆਯੋਗ ਹੈ ਇਹ ਕਿਉਂ ਭਾਰਤ ਦੇ ਵਿੱਚ ਆਇਆ, ਕਿਉਂ ਇਸ ਨੂੰ ਗਠਨ ਕਰਨ ਦੀ ਲੋੜ ਪਈ, ਤਾਂ ਇਸ ਦੇ ਪਿੱਛੇ ਕੁਝ ਕਾਰਨ ਸਨ। ਸਭ ਤੋਂ ਵੱਡਾ ਜੋ ਕਾਰਨ ਸੀਗਾ ਉਹ ਸੀਗਾ ਕੋਲਕਾਤਾ ਯੂਨੀਵਰਸਿਟੀ। ਕੀ ਹੋਇਆ ਦੋਸਤੋ, ਕੋਲਕਾਤਾ ਯੂਨੀਵਰਸਿਟੀ ਦੇ ਵਿੱਚ ਕ੍ਰਾਂਤੀਕਾਰੀਆਂ ਦੇ ਦੁਆਰਾ ਜੋ ਗਤੀਵਿਧੀਆਂ ਕੀਤੀਆਂ ਗਈਆਂ ਉਹ ਬਹੁਤ ਹੀ ਜ਼ਿਆਦਾ ਸਨ, ਕਿਉਂਕਿ ਕੋਲਕਾਤਾ ਯੂਨੀਵਰਸਿਟੀ ਦੇ ਵਿੱਚ ਜੋ ਸਾਡੇ ਕ੍ਰਾਂਤੀਕਾਰੀ ਸਨ, ਜੋ ਸਾਡੇ ਦੇਸ਼ ਭਗਤ ਸਨ, ਉਹ ਇਕੱਠੇ ਹੁੰਦੇ ਸਨ, ਉੱਥੇ ਆਪਣੀਆਂ ਯੋਜਨਾਵਾਂ ਤਿਆਰ ਕਰਦੇ ਸਨ। ਅਤੇ ਕਹਿ ਸਕਦੇ ਹਾਂ ਕਿ ਜੋ ਕੋਲਕਾਤਾ ਯੂਨੀਵਰਸਿਟੀ ਸੀ ਉਹ ਕੀ ਹੈ, ਕ੍ਰਾਂਤੀਕਾਰੀਆਂ ਦਾ ਗੜ੍ਹ ਬਣ ਚੁੱਕੀ ਸੀ। ਤਾਂ ਇਹਨਾਂ ਜੋ ਵੀ ਕ੍ਰਾਂਤੀਕਾਰੀ ਘਟਨਾਵਾਂ ਹੁੰਦੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜੋ ਕੋਲਕਾਤਾ ਯੂਨੀਵਰਸਿਟੀ ਦੇ ਅਧਿਆਪਕ ਜਾਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਬਹੁਤ ਜ਼ਿਆਦਾ ਰਿਲੇਟਡ ਹੁੰਦੇ ਸਨ। ਤਾਂ ਕੀ ਹੈ, ਇਸੇ ਚੀਜ਼ ਨੂੰ ਸਮੀਖਿਆ ਕਰਨ ਦੇ ਵਾਸਤੇ ਦੋਸਤੋ, ਅਤੇ ਨਾਲ ਦੀ ਨਾਲ ਇੱਕ ਤੇ ਇਹ ਕਾਰਨ ਰਿਹਾ ਕਿ ਕੋਲਕਾਤਾ ਯੂਨੀਵਰਸਿਟੀ ਦੇ ਵਿੱਚ ਕ੍ਰਾਂਤੀਕਾਰੀ ਕਿਉਂ ਪੈਦਾ ਹੋ ਰਹੇ ਨੇ, ਇਸ ਦਾ ਹੀ ਸਮੀਖਿਆ ਕਰਨ ਦੇ ਵਾਸਤੇ ਨਾਲ ਦੀ ਨਾਲ ਜੋ 1904 ਦਾ ਯੂਨੀਵਰਸਿਟੀ ਕਮਿਸ਼ਨ ਸੀ, 1904 ਦਾ ਯੂਨੀਵਰਸਿਟੀ ਕਮਿਸ਼ਨ ਸੀ, ਇਸ ਦੀ ਸਮੀਖਿਆ ਕਰਨ ਦੇ ਵਾਸਤੇ ਇਹਨਾਂ ਦੋਵਾਂ ਕਿਉਂਕਿ ਇਹ ਜੋ ਯੂਨੀਵਰਸਿਟੀ ਕਮਿਸ਼ਨ ਸੀ ਇਹ ਲਗਭਗ ਕਹਿ ਸਕਦੇ ਹਾਂ ਕਿ ਅਸਫਲ ਰਿਹਾ, ਜੋ ਅੰਗਰੇਜ਼ਾਂ ਨੂੰ ਚਾਹੀਦਾ ਸੀ ਉਹ ਪ੍ਰਾਪਤ ਨਹੀਂ ਹੋ ਸਕਿਆ। ਤਾਂ ਕੋਲਕਾਤਾ ਯੂਨੀਵਰਸਿਟੀ ਦੀਆਂ ਜੋ ਕ੍ਰਾਂਤੀਕਾਰੀ ਗਤੀਵਿਧੀਆਂ ਸਨ ਅਤੇ 1904 ਦਾ ਜੋ ਯੂਨੀਵਰਸਿਟੀ ਕਮਿਸ਼ਨ ਸੀ, ਇਸ ਦੀ ਅਸਫਲਤਾ ਨੂੰ ਕੀ ਹੈ ਦੋਸਤੋ, ਸਮੀਖਿਆ ਕਰਨ ਦੇ ਵਾਸਤੇ ਕੋਲਕਾਤਾ ਕਹਿ ਸਕਦੇ ਹਾਂ ਕਿ ਜੋ ਲੀਡਸ ਯੂਨੀਵਰਸਿਟੀ ਦੇ ਜੋ ਕੁਲਪਤੀ ਐਮੀ ਸੈਂਡਲਰ, ਇਹਨਾਂ ਦੀ ਅਧਿਆਕਸ਼ਤਾ ਦੇ ਵਿੱਚ ਲੀਡਸ ਯੂਨੀਵਰਸਿਟੀ ਦੇ ਜੋ ਉਪ ਕੁਲਪਤੀ ਸਨ ਐਮੀ ਸੈਂਡਲਰ, ਉਹਨਾਂ ਦੀ ਅਧਿਆਕਸ਼ਤਾ ਦੇ ਵਿੱਚ ਦੋਸਤੋ ਇਹ ਆਪਣਾ ਸੈਂਡਲਰ ਆਯੋਗ ਭਾਰਤ ਦੇ ਵਿੱਚ ਆਇਆ। ਦੋਸਤੋ, ਸੈਂਡਲਰ ਆਯੋਗ ਦੇ ਕਹਿ ਸਕਦੇ ਹਾਂ ਕਿ ਅਸੀਂ 2 ਮੈਂਬਰ ਭਾਰਤੀ ਸਨ। ਉਹਨਾਂ ਦੇ ਵਿੱਚ ਕੌਣ ਸਨ ਦੋਸਤੋ, 2 ਮੈਂਬਰ ਭਾਰਤੀ ਸਨ। ਪਹਿਲੇ ਸਨ ਡਾਕਟਰ ਆਸ਼ੂਤੋਸ਼ ਮੁਖਰਜੀ। ਪਹਿਲੇ ਜੋ ਇਸ ਦੇ ਮੈਂਬਰ ਸਨ ਉਹ ਸਨ ਡਾਕਟਰ ਆਸ਼ੂਤੋਸ਼ ਮੁਖਰਜੀ, ਅਤੇ ਦੂਸਰੇ ਜੋ ਸਨ ਉਹ ਸਨ ਡਾਕਟਰ ਜ਼ਿਆਉਦੀਨ ਅਹਿਮਦ। ਤਾਂ ਦੋਸਤੋ, ਇਹ 2 ਭਾਰਤੀ ਮੈਂਬਰ ਇਸ ਆਯੋਗ ਦੇ ਸਨ, ਡਾਕਟਰ ਆਸ਼ੂਤੋਸ਼ ਮੁਖਰਜੀ ਅਤੇ ਡਾਕਟਰ ਜ਼ਿਆਉਦੀਨ ਅਹਿਮਦ। ਇਸ ਆਯੋਗ ਦਾ ਵਿਚਾਰ ਸੀ ਕਿ ਜੇਕਰ ਯੂਨੀਵਰਸਿਟੀ ਸਿੱਖਿਆ ਦੋਸਤੋ, ਇਸ
ਆਯੋਗ ਨੇ ਜੋ ਵੀ ਆਪਣੇ ਵਿਚਾਰ ਪੇਸ਼ ਕੀਤੇ, ਇਹਨਾਂ ਦਾ ਸਭ ਤੋਂ ਵੱਡਾ ਵਿਚਾਰ ਸੀ ਕਿ ਜੇਕਰ ਯੂਨੀਵਰਸਿਟੀ ਸਿੱਖਿਆ ਵਿੱਚ ਸੁਧਾਰ ਕਰਨਾ ਹੈ, ਜੇਕਰ ਯੂਨੀਵਰਸਿਟੀ ਸਿੱਖਿਆ ਦੇ ਵਿੱਚ ਸੁਧਾਰ ਕਰਨਾ ਹੈ ਤਾਂ ਸਾਨੂੰ ਮਿਡਲ ਸਕੂਲ ਸਿੱਖਿਆ ਹੈ, ਜੋ ਮਿਡਲ ਸਕੂਲ ਸਿੱਖਿਆ ਹੈ ਉਸ ਨੂੰ ਠੀਕ ਕਰਨਾ ਹੋਏਗਾ, ਕਿਉਂਕਿ ਉਹ ਦੋਸ਼ਪੂਰਨ ਹੈ। ਦੋਸਤੋ, ਜੋ ਮਿਡਲ ਸਕੂਲ ਸਿੱਖਿਆ ਹੈ ਉਸ ਨੂੰ ਠੀਕ ਕਰਨਾ ਹੋਏਗਾ। ਇਹੀ ਇਸ ਆਯੋਗ ਨੇ ਆਪਣੀ ਕਹਿ ਸਕਦੇ ਹਾਂ ਕਿ ਇੱਕ ਰਾਏ ਦਿੱਤੀ। ਅਤੇ ਦੋਸਤੋ, ਇਸ ਨੇ 1904 ਦਾ ਜੋ ਯੂਨੀਵਰਸਿਟੀ ਕਮਿਸ਼ਨ ਸੀ, ਯੂਨੀਵਰਸਿਟੀ ਕਮਿਸ਼ਨ ਦੀ, ਉਸ ਦੀ ਕਰੜੀ ਆਲੋਚਨਾ ਕੀਤੀ ਗਈ ਸੈਂਡਲਰ ਕਮਿਸ਼ਨ ਦੇ ਦੁਆਰਾ। ਤਾਂ ਇਹੀ ਕੁਝ ਸੁਝਾਅ ਦਿੱਤੇ ਕਿ ਜੋ ਮਿਡਲ ਸਕੂਲ ਸਿੱਖਿਆ ਹੈ ਉਸ ਨੂੰ ਠੀਕ ਕੀਤਾ ਜਾਏ। ਯੂਨੀਵਰਸਿਟੀ ਕਮਿਸ਼ਨ ਦੀ ਜੋ ਸੀਗੀ ਕਹਿ ਸਕਦੇ ਹਾਂ ਕਿ ਕਰੜੀ ਆਲੋਚਨਾ ਕੀਤੀ। ਅਤੇ ਨਾਲ ਦੀ ਨਾਲ ਦੋਸਤੋ ਇਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਕੁਲਪਤੀ ਨਿਯੁਕਤ ਕੀਤਾ ਜਾਏ। ਇਸ ਤੋਂ ਪਹਿਲਾਂ ਦੋਸਤੋ ਭਾਰਤ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕੁਲਪਤੀ ਦੀ ਕੋਈ ਪਦਵੀ ਨਹੀਂ ਸੀ, ਤਾਂ ਉਸ ਨੂੰ ਨਿਯੁਕਤ ਕਰਨ ਦਾ ਇਸਨੇ ਸੁਝਾਅ ਦਿੱਤਾ। ਦੋਸਤੋ, ਇਸੇ ਦੇ ਅੰਡਰ ਕਹਿ ਸਕਦੇ ਹਾਂ 1916 ਤੋਂ ਲੈ ਕੇ 1921 ਦੇ ਵਿੱਚ ਲਗਭਗ ਕੀ ਹੈ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਸਥਾਪਿਤ ਹੋਈਆਂ 1922 ਤੱਕ। ਦੋਸਤੋ, ਤਾਂ ਕਿਹੜੇ ਕਾਲਜ ਅਤੇ ਯੂਨੀਵਰਸਿਟੀਆਂ ਸਥਾਪਿਤ ਹੋਈਆਂ 1916 ਦੇ ਵਿੱਚ ਬਨਾਰਸ ਵਿਸ਼ਵ ਵਿਦਿਆਲਿਆ ਹੋਇਆ। 1916 ਦੇ ਵਿੱਚ ਹੀ ਦੋਸਤੋ ਪਟਨਾ ਦੇ ਵਿੱਚ ਯੂਨੀਵਰਸਿਟੀ ਸਥਾਪਿਤ ਕੀਤੀ ਗਈ। 1917 ਦੇ ਵਿੱਚ ਢਾਕਾ ਦੇ ਵਿੱਚ ਜੋ ਯੂਨੀਵਰਸਿਟੀ ਸੀ ਉਹ ਸਥਾਪਿਤ ਹੋਈ। 1918 ਦੇ ਵਿੱਚ ਅਲੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। 1921 ਦੇ ਵਿੱਚ ਦੋਸਤੋ, ਇਸ ਤੋਂ ਪਹਿਲਾਂ ਕੋਲਕਾਤਾ ਦੇ ਵਿੱਚ ਸੀ, ਪਰ 1921 ਦੇ ਵਿੱਚ ਲਖਨਊ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਤਾਂ ਨਾਲ ਦੀ ਨਾਲ ਦੋਸਤੋ ਕੀ ਹੋਇਆ ਕਿ ਸਭ ਤੋਂ ਜੋ ਕਹਿ ਸਕਦੇ ਹਾਂ ਕਿ 1922 ਦੇ ਵਿੱਚ ਜੋ ਦਿੱਲੀ ਵਿਸ਼ਵ ਵਿਦਿਆਲਿਆ ਸੀ, ਜੋ ਦਿੱਲੀ ਯੂਨੀਵਰਸਿਟੀ ਹੈ, ਉਸ ਦੀ ਸਥਾਪਨਾ ਕੀਤੀ ਗਈ। ਤਾਂ ਨਾਲ ਦੀ ਨਾਲ ਦੋਸਤੋ ਰਵਿੰਦਰਨਾਥ ਟੈਗੋਰ ਜੋ ਸਨ ਭਾਰਤ ਦੇ ਬਹੁਤ ਹੀ ਕਹਿ ਸਕਦੇ ਹਾਂ ਕਿ ਉੱਘੇ ਕਵੀ ਹੋਏ, ਉਹਨਾਂ ਨੇ ਕੀ ਹੈ ਦੋਸਤੋ ਵਿਸ਼ਵ ਭਾਰਤੀ ਦੇ ਰਾਹੀਂ ਕੀ ਹੈ SNDT ਵਿਸ਼ਵ ਜੋ ਇੱਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਇਹ ਦੋਸਤੋ ਵੂਮਨ ਯੂਨੀਵਰਸਿਟੀ ਸੀਗੀ। ਤਾਂ ਇਸ ਪ੍ਰਕਾਰ ਦੋਸਤੋ ਇਸ 1916 ਤੋਂ ਲੈ ਕੇ 1922 ਤੱਕ ਕਾਫੀ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ। ਤਾਂ ਇਸ ਤੋਂ ਬਾਅਦ ਦੋਸਤੋ ਜੋ ਭਾਰਤ ਦੇ ਵਿੱਚ ਯੋਜਨਾਵਾਂ ਆਈਆਂ ਉਹਨਾਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਦੋਸਤੋ, ਇਸ ਦੇ ਨਾਲ ਜੋ ਕੁਝ ਹੋਰ ਵੀ ਯੂਨੀਵਰਸਿਟੀਆਂ ਤੇ ਕਹਿ ਸਕਦੇ ਹਾਂ ਕਿ ਵਿਦਿਆ ਭਾਰਤੀ ਦੇ ਦੁਆਰਾ ਕੁਝ ਹੋਰ ਜੋ ਰਵਿੰਦਰਨਾਥ ਟੈਗੋਰ ਦਾ ਜੋ ਕਾਰਵਾ ਸ਼ੁਰੂ ਕੀਤਾ ਵਿਦਿਆ ਭਾਰਤੀ, ਉਸ ਦੇ ਅਕੋਰਡਿੰਗ ਦੋਸਤੋ ਕੁਝ ਹੋਰ ਯੂਨੀਵਰਸਿਟੀਆਂ ਅਤੇ ਸਕੂਲ ਕਾਲਜ ਖੁੱਲ੍ਹ ਗਏ, ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੋ ਕਾਂਸ਼ੀ ਵਿਦਿਆਪੀਠ ਸੀ, ਕਾਂਸ਼ੀ ਵਿਦਿਆਪੀਠ ਹੋ ਗਿਆ, ਜਾਂ ਕਹਿ ਸਕਦੇ ਹਾਂ ਗੁਜਰਾਤ ਦੇ ਵਿੱਚ ਵਿਦਿਆਪੀਠ ਹੋ ਗਿਆ ਅਤੇ ਜਾਮੀਆ ਮਿਲਿਆ ਯੂਨੀਵਰਸਿਟੀ ਜੋ ਦਿੱਲੀ ਦੇ ਵਿੱਚ ਹੈ ਦੋਸਤੋ, ਇਹ ਖੋਲ੍ਹੀ ਗਈ। ਇਸ ਪ੍ਰਕਾਰ ਬਹੁਤ ਸਾਰੇ ਕਹਿ ਸਕਦੇ ਹਾਂ ਕਿ ਇਹ ਵੀ ਕੁਝ ਜੋ ਭਾਰਤ ਦੇ ਵਿੱਚ ਜੋ ਯੂਨੀਵਰਸਿਟੀਆਂ ਜਾਂ ਕਹਿ ਸਕਦੇ ਹਾਂ ਕਿ ਜੋ ਕਾਲਜ ਸਥਾਪਿਤ ਕੀਤੇ ਗਏ। ਇਸ ਤੋਂ ਬਾਅਦ ਦੋਸਤੋ ਜੋ ਇੱਕ ਹੋਰ ਆਯੋਗ ਆਉਂਦਾ ਹੈ ਉਹ ਸੀਗਾ ਦੋਸਤੋ ਹਾਰਡਿੰਗੋ ਯੋਜਨਾ। ਦੋਸਤੋ ਜੋ ਹਾਰਡਿੰਗੋ ਯੋਜਨਾ ਸੀਗੀ ਇਹ 1929 ਦੇ ਵਿੱਚ ਭਾਰਤ ਦੇ ਵਿੱਚ ਆਈ। ਤਾਂ ਇਸ ਸਮੇਂ ਜੋ ਭਾਰਤ ਦੇ ਗਵਰਨਰ ਜਨਰਲ ਸਨ ਉਹ ਸਨ ਦੋਸਤੋ ਲਾਰਡ ਈਰਵਨ। ਸਿੱਖਿਆ ਦੇ ਵਿੱਚ ਦੋਸਤੋ ਇਸ ਦੇ ਆਉਣ ਦੇ ਜੋ ਕਾਰਨ ਸਨ, ਜੋ ਇਸਨੇ ਜੋ ਇਹ ਯੋਜਨਾ ਜੋ 1929 ਦੇ ਵਿੱਚ ਆਈ, ਇਸ ਦੇ ਕਾਰਨ ਸਨ ਕਿ ਸਿੱਖਿਆ ਦੇ ਵਿੱਚ ਦਿਨੋਂ ਦਿਨ ਰੁਕਾਵਟ ਆ ਰਹੀ ਹੈ। ਤਾਂ
ਜੋ ਰੁਕਾਵਟ ਆ ਰਹੀ ਹੈ ਜਾਂ ਗਿਰਾਵਟ ਆ ਰਹੀ ਹੈ, ਇਸ ਗਿਰਾਵਟ ਨੂੰ ਰੋਕਣ ਦੇ ਵਾਸਤੇ ਸਰਕਾਰ ਨੇ ਫਿਲਿਪ ਹਾਰਡਿੰਗੋ ਦੀ ਅਧਿਕਸ਼ਤਾ ਦੇ ਵਿੱਚ ਇੱਕ ਯੋਜਨਾ ਬਣਾਈ। ਤਾਂ ਦੋਸਤੋ ਇਸ ਯੋਜਨਾ ਦੀਆਂ ਜੋ ਸਿਫਾਰਸ਼ਾਂ ਸਨ, ਕੀ ਇਸਨੇ ਸਿਫਾਰਿਸ਼ ਕੀਤੀ, ਉਹ ਸਨ ਜਿਵੇਂ ਕਿ ਮੁੱਢਲੀ ਸਿੱਖਿਆ ਤੇ ਜ਼ੋਰ ਦਿੱਤਾ ਜਾਵੇ। ਇਸਨੇ ਕਿਹਾ ਕਿ ਮੁੱਢਲੀ ਸਿੱਖਿਆ ਜੋ ਪ੍ਰਾਇਮਰੀ ਐਜੂਕੇਸ਼ਨ ਹੈ ਉਸ ਦੇ ਉੱਪਰ ਜ਼ੋਰ ਦਿੱਤਾ ਜਾਵੇ। ਤਾਂ ਇਸ ਹਾਰਡਿੰਗੋ ਯੋਜਨਾ ਨੇ ਕਿਹਾ ਦੋਸਤੋ ਕਿ ਮੁੱਢਲੀ ਸਿੱਖਿਆ ਦੇ ਉੱਪਰ ਪੂਰਨ ਰੂਪ ਦੇ ਵਿੱਚ ਜ਼ੋਰ ਦਿੱਤਾ ਜਾਵੇ। ਪੇਂਡੂ ਵਿਦਿਆਰਥੀਆਂ ਨੂੰ ਮਿਡਲ ਸਕੂਲ ਤੋਂ ਬਾਅਦ ਕਾਲਜ ਜਾਣ ਦੀ ਬਜਾਏ ਦੋਸਤੋ ਇਸਨੇ ਦੂਜੀ ਜੋ ਸਿਫਾਰਿਸ਼ ਕੀਤੀ ਕਿ ਜੋ ਪੇਂਡੂ ਖੇਤਰ ਦੇ ਜੋ ਵਿਦਿਆਰਥੀ ਨੇ ਉਹਨਾਂ ਨੂੰ ਮਿਡਲ ਸਕੂਲ ਸਿੱਖਿਆ ਤੋਂ ਬਾਅਦ ਸਿੱਧਾ ਕਾਲਜ ਜਾਂ ਯੂਨੀਵਰਸਿਟੀ ਨਹੀਂ ਭੇਜਣਾ ਚਾਹੀਦਾ, ਸਗੋਂ ਕਿ ਕਾਲਜ ਜਾਂ ਯੂਨੀਵਰਸਿਟੀ ਭੇਜਣ ਦੀ ਬਜਾਏ ਉਹਨਾਂ ਨੂੰ ਜੋ ਤਕਨੀਕੀ ਸਿੱਖਿਆ ਜਾਂ ਵਿਵਸਾਇਕ ਸਿੱਖਿਆ ਹੈ, ਜੋ ITI ਵਗੈਰਾ ਹੈ, ਉਸ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਤਾਂ ਕੀ ਕਿਹਾ ਗਿਆ ਕਿ ਤਕਨੀਕੀ ਸਿੱਖਿਆ ਜਾਂ ਵਿਵਸਾਇਕ ਸਿੱਖਿਆ ਹੈ ਉਹ ਦੇਣ ਦੇ ਪੱਖ ਵਿੱਚ ਸੀ। ਤਾਂ ਯੂਨੀਵਰਸਿਟੀ ਸਿੱਖਿਆ ਉਹਨਾਂ ਨੂੰ ਦਿੱਤੀ ਜਾਵੇ ਜੋ ਇਸ ਦੇ ਯੋਗ ਨੇ। ਇਸ ਨੇ ਕਿਹਾ ਸੀ ਦੋਸਤੋ ਕਿ ਯੂਨੀਵਰਸਿਟੀ ਸਿੱਖਿਆ ਉਹਨਾਂ ਨੂੰ ਦਿੱਤੀ ਜਾਵੇ ਜੋ ਇਸ ਦੇ ਯੋਗ ਨੇ। ਤਾਂ ਦੋਸਤੋ ਇੱਕ ਹਿਸਾਬ ਦਾ ਕਹਿ ਸਕਦੇ ਹਾਂ ਕਿ ਇਹਨਾਂ ਨੇ ਪੂਰਨ ਰੂਪ ਦੇ ਵਿੱਚ ਹਰੇਕ ਵਿਅਕਤੀ ਦੇ ਵਾਸਤੇ ਸਿੱਖਿਆ ਦੇਣ ਦੀ ਗੱਲ ਨਹੀਂ ਕੀਤੀ। ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੀ ਸਿੱਖਿਆ ਦਿੱਤੀ ਜਾਵੇ ਜੋ ਇਸ ਦੇ ਯੋਗ ਨੇ। ਇਸ ਯੋਜਨਾ ਦੇ ਆਧਾਰ ਤੇ 1935 ਦੇ ਵਿੱਚ ਦੋਸਤੋ ਕੀ ਹੋਇਆ ਕਿ ਕੇਂਦਰੀ ਸਰਕਾਰ ਦੇ ਸਲਾਹਕਾਰ ਬੋਰਡ ਦੁਆਰਾ ਸਥਾਪਿਤ ਜੋ ਸੇਬੀ ਜੋ ਕਹਿ ਸਕਦੇ ਹਾਂ ਕਿ 1920 ਦੇ ਵਿੱਚ ਪਹਿਲੀ ਵਾਰੀ ਇਸ ਦਾ ਗਠਨ ਹੋਇਆ ਸੀਗਾ। ਤਾਂ ਇਸ ਨੇ ਕਿਹਾ ਕਿ ਇਸ ਨੂੰ ਦੁਬਾਰਾ ਗਠਨ ਕੀਤਾ ਜਾਏ। ਜੋ ਬੇਸਿਕ ਐਜੂਕੇਸ਼ਨ ਦੇ ਨਾਲ ਰਿਲੇਟਡ ਸੀਗੀ ਉਸ ਨੂੰ ਕੀ ਹੈ 1920 ਦੇ ਵਿੱਚ ਪਹਿਲਾਂ ਗਠਨ ਕੀਤਾ ਸੀ। ਤਾਂ ਇਹਨਾਂ ਨੇ ਫਿਰ ਇਸ ਤੋਂ 1920 ਤੋਂ ਬਾਅਦ ਇਸ ਨੂੰ ਕੀ ਹੈ ਦੋਸਤੋ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ। 1923 ਦੇ ਵਿੱਚ ਇਸ ਨੂੰ ਕੀ ਹੈ ਖਤਮ ਕਰ ਦਿੱਤਾ ਗਿਆ ਸੀਗਾ। ਤਾਂ ਇਸ 1920 ਦੇ ਵਿੱਚ ਇਸ ਦਾ ਗਠਨ ਕੀਤਾ ਗਿਆ, 1923 ਦੇ ਵਿੱਚ ਇਸ ਨੂੰ ਖਤਮ ਕਰ ਦਿੱਤਾ ਗਿਆ। ਤਾਂ ਇਸੇ ਯੋਜਨਾ ਨੇ ਕਿਹਾ ਕਿ ਇਸ ਨੂੰ ਕੀ ਹੈ ਦੁਬਾਰਾ ਤੋਂ ਗਠਨ ਕੀਤਾ ਜਾਵੇ, ਇਸ ਦਾ ਜੋ ਸੇਬੀ ਸੀਗੀ ਉਸ ਦਾ ਗਠਨ ਕੀਤਾ ਜਾਵੇ। ਦੋਸਤੋ 1937 ਦੇ ਵਿੱਚ ਗਾਂਧੀ ਜੀ ਦੁਆਰਾ ਦੋਸਤੋ ਵਰਧਾ ਯੋਜਨਾ ਦਿੱਤੀ ਗਈ। ਦੋਸਤੋ ਉਹਨਾਂ ਨੇ ਕੀ ਹੈ ਵਰਧਾ ਯੋਜਨਾ ਦੀ ਜੋ ਕਹਿ ਸਕਦੇ ਹਾਂ ਕਿ ਜੋ ਉਲੀਕੀ ਗਈ ਉਹ ਕਿਸ ਹਿਸਾਬ ਤੇ ਉਲੀਕੀ ਗਈ 1937 ਦੇ ਵਿੱਚ ਉਹਨਾਂ ਨੇ ਗਾਂਧੀ ਜੀ ਨੇ ਕੀ ਹੈ ਆਪਣੇ ਅਖਬਾਰ ਹਰੀਜਨ ਦੇ ਵਿੱਚ ਕੀ ਹੈ ਦੋਸਤੋ ਇੱਕ ਲੇਖ ਜਾਰੀ ਕੀਤਾ, ਸਿੱਖਿਆ ਉੱਪਰ ਇੱਕ ਲੇਖ ਜਾਰੀ ਕੀਤਾ ਜਿਸ ਦੇ ਵਿੱਚ ਇਹਨਾਂ ਨੇ ਦੋਸਤੋ ਜੋ ਮੰਗਾਂ ਕੀਤੀਆਂ ਉਹਦੇ ਵਿੱਚ ਸੀ ਬੇਸਿਕ ਐਜੂਕੇਸ਼ਨ ਹੈ ਉਸ ਦੇ ਉੱਪਰ ਕੀ ਹੈ ਦੋਸਤੋ ਬੇਸਿਕ ਐਜੂਕੇਸ਼ਨ ਦੇ ਉੱਪਰ ਜ਼ੋਰ ਦਿੱਤਾ ਜਾਏ। ਗਾਂਧੀ ਜੀ ਚਾਹੁੰਦੇ ਸਨ ਕਿ ਜੋ ਬੁਨਿਆਦੀ ਜੋ ਐਜੂਕੇਸ਼ਨ ਹੈ ਉਸ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਵੇ। ਅਤੇ ਇਸ ਜੋ ਗਾਂਧੀ ਜੀ ਨੇ ਜੋ ਯੋਜਨਾ ਦਿੱਤੀ ਉਹਨਾਂ ਦੇ ਵਿੱਚ ਕੀ ਸੀਗਾ ਕਿ ਉਹ ਚਾਹੁੰਦੇ ਸਨ ਕਿ ਬੱਚਿਆਂ ਦਾ ਇੱਕ ਅਜਿਹੇ ਪ੍ਰਕਾਰ ਦਾ ਸਕੂਲ ਸਥਾਪਿਤ ਕੀਤਾ ਜਾਏ ਜਿੱਥੇ ਉਹਨਾਂ ਨੂੰ ਹੱਥ ਨਾਲ ਕੰਮ ਕਰਨਾ ਸਿਖਾਇਆ ਜਾਏ ਤੇ ਜੋ ਵੀ ਬੱਚਿਆਂ ਦਾ ਖਰਚ ਹੋਏਗਾ ਉਹ ਬੱਚੇ ਨੇ ਉਹ ਖੁਦ ਆਪ ਉਠਾਉਣਗੇ। ਕਿਸ ਪ੍ਰਕਾਰ ਦੋਸਤੋ ਕਿ ਉਹਨਾਂ ਨੂੰ ਕੋਈ ਨਾ ਕੋਈ ਕਿਸੇ ਨਾ ਕਿਸੇ ਕੰਮ ਦੇ ਵਿੱਚ ਕੀ ਹੈ ਇੱਕ ਪ੍ਰਕਾਰ ਦਾ ਨਿਪੁੰਨ ਬਣਾ ਦਿੱਤਾ ਜਾਵੇ, ਜਿਵੇਂ ਕਿ ਉਹ ਟੋਕਰੀਆਂ ਬਣਾਉਣ ਲੱਗਣ ਜਾਂ ਕੋਈ ਵੀ ਕੰਮ ਹੈ ਉਸ ਦੇ ਅਕੋਰਡਿੰਗ ਜੋ ਉਹਨਾਂ ਦਾ ਇੰਟਰਸਟ ਹੈ ਉਸ ਦੇ ਅਕੋਰਡਿੰਗ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਅਤੇ ਉਹਨਾਂ ਨੂੰ ਕੀ ਹੈ ਦੋਸਤੋ ਇਸ ਦੇ ਵਿੱਚ ਨਿਪੁੰਨ ਬਣਾ ਦਿੱਤਾ ਜਾਵੇ। ਤਾਂ ਡਾਕਟਰ ਜ਼ਾਕਿਰ ਹੁਸੈਨ ਸਮਿਤੀ ਨੇ 2 ਦਸੰਬਰ 1937 ਨੂੰ ਵਰਧਾ ਯੋਜਨਾ ਪੇਸ਼ ਕੀਤੀ। ਇਹ ਜੋ ਵਰਧਾ ਯੋਜਨਾ ਸੀਗੀ ਇਸ ਨੂੰ ਪੇਸ਼ ਕੀਤਾ।
ਤਾਂ ਕਈ ਵਾਰੀ ਦੋਸਤੋ ਪੁੱਛ ਲਿਆ ਜਾਂਦਾ ਕਿ ਵਰਧਾ ਯੋਜਨਾ ਪੇਸ਼ ਕਿਸ ਦੇ ਦੁਆਰਾ ਕੀਤੀ ਗਈ, ਤਾਂ ਡਾਕਟਰ ਜ਼ਾਕਿਰ ਹੁਸੈਨ ਦੇ ਦੁਆਰਾ ਕੀ ਹੈ ਜੋ ਵਰਧਾ ਯੋਜਨਾ ਸੀਗੀ 2 ਦਸੰਬਰ 1937 ਨੂੰ ਪੇਸ਼ ਕੀਤੀ ਗਈ। ਤਾਂ ਦੋਸਤੋ ਇਸ ਦੇ ਵਿੱਚ ਕਿਹਾ ਗਿਆ ਕਿ ਜੋ 7 ਸਾਲ ਤੱਕ ਦੇ ਬੱਚੇ ਨੇ, 7 ਸਾਲ ਤੱਕ ਦੇ ਬੱਚੇ ਨੇ, ਉਹਨਾਂ ਨੂੰ ਕੀ ਹੈ 7 ਸਾਲ ਤੱਕ ਬੱਚਿਆਂ ਨੂੰ ਕੀ ਹੈ ਮਾਤਰ ਭਾਸ਼ਾ ਦੇ ਵਿੱਚ ਜੋ ਐਜੂਕੇਸ਼ਨ ਹੈ ਮੁਫਤ ਦਿੱਤੀ ਜਾਵੇ ਅਤੇ ਕੀ ਹੈ ਦੋਸਤੋ ਹੱਥ ਕਿਰਤ ਉਹਨਾਂ ਨੂੰ ਸਿਖਾਈ ਜਾਵੇ। ਇਹੀ ਸੀਗੀ ਦੋਸਤੋ ਵਰਧਾ ਯੋਜਨਾ। ਦੋਸਤੋ ਵਰਧਾ ਯੋਜਨਾ ਦੇ ਸਮੇਂ ਜੋ ਭਾਰਤ ਦੇ ਕਹਿ ਸਕਦੇ ਹਾਂ ਕਿ ਗਵਰਨਰ ਜਨਰਲ ਸਨ, ਤਾਂ ਉਹ ਕੌਣ ਸਨ, ਤਾਂ ਉਹ ਸਨ ਲਾਰਡ ਲਿਨਗੈਂਥੋ। ਤਾਂ ਦੋਸਤੋ ਇਸ ਤੋਂ ਬਾਅਦ ਇੱਕ ਹੋਰ ਯੋਜਨਾ ਆਈ 1944 ਦੇ ਵਿੱਚ। 1944 ਦੇ ਵਿੱਚ ਦੋਸਤੋ ਇੱਕ ਯੋਜਨਾ ਆਈ ਸਾਰਜੈਂਟ ਯੋਜਨਾ। ਇਹ ਦੋਸਤੋ ਕਹਿ ਸਕਦੇ ਆ ਕਿ ਅੰਗਰੇਜ਼ਾਂ ਦੀ ਭਾਰਤ ਵਿੱਚ ਸਿੱਖਿਆ ਦੇ ਪ੍ਰਤੀ ਆਉਣ ਵਾਲੀ ਲਾਸਟ ਯੋਜਨਾ ਸੀ। ਇਸ ਸਮੇਂ ਜੋ ਗਵਰਨਰ ਜਨਰਲ ਸਨ ਉਹ ਸਨ ਲਾਰਡ ਵੇਵਲ। ਤਾਂ 1944 ਦੇ ਵਿੱਚ ਭਾਰਤ ਸਰਕਾਰ ਨੇ ਸਿੱਖਿਆ ਸਲਾਹਕਾਰ ਜੋ ਜੌਨ ਸਾਰਜੈਂਟ ਸਨ, ਸਿੱਖਿਆ ਸਲਾਹਕਾਰ ਜੌਨ ਸਾਰਜੈਂਟ, ਜੌਨ ਸਾਰਜੈਂਟ ਨੇ ਦੋਸਤੋ ਰਾਸ਼ਟਰੀ ਸਿੱਖਿਆ ਯੋਜਨਾ ਤਿਆਰ ਕੀਤੀ। ਰਾਸ਼ਟਰੀ ਸਿੱਖਿਆ ਯੋਜਨਾ ਤਿਆਰ ਕੀਤੀ। ਤਾਂ ਦੋਸਤੋ ਇਸ ਦੇ ਵਿੱਚ ਕੀ ਕੁਛ ਕਿਹਾ ਗਿਆ, ਜੋ ਸਿਫਾਰਸ਼ਾਂ ਕੀਤੀਆਂ ਗਈਆਂ, ਤਾਂ ਦੇਸ਼ ਵਿੱਚ ਉਹਨਾਂ ਨੇ ਕਿਹਾ ਕਿ ਜੋ ਮੁੱਢਲੀ ਤੇ ਉੱਚ ਸਿੱਖਿਆ ਵਿਦਿਆਲੇ ਨੇ ਸਥਾਪਿਤ ਕੀਤੇ ਜਾਣ। 6 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਕੀ ਹੈ ਮੁਫਤ ਤੇ ਲਾਜ਼ਮੀ ਸਿੱਖਿਆ ਦਿੱਤੀ ਜਾਏ। 11 ਤੋਂ 17 ਸਾਲ ਤੱਕ ਦੇ ਬੱਚਿਆਂ ਨੂੰ 6 ਸਾਲ ਵਾਧੂ ਸਿੱਖਿਆ ਦਿੱਤੀ ਜਾਵੇ। ਜੋ 11 ਤੋਂ 17 ਸਾਲ ਤੱਕ ਦੇ ਬੱਚੇ ਨੇ ਉਹਨਾਂ ਨੂੰ ਦੋਸਤੋ ਕੀ ਹੈ ਨਾਲ ਦੀ ਨਾਲ ਕੀ ਹੈ ਜੋ ਸਿੱਖਿਆ ਦੇਣੀ ਹੈ ਉਸ ਦੇ ਵਿੱਚ ਕੀ ਹੈ ਜੋ ਤਕਨੀਕੀ ਤੇ ਵਿਵਸਾਇਕ ਸਿੱਖਿਆ ਦਿੱਤੀ ਜਾਵੇ। ਇਹੀ ਇਸ ਯੋਜਨਾ ਦੇ ਕੁਝ ਪਹਿਲੂ ਸਨ। ਅਤੇ ਅਕੈਡਮਿਕ ਸਿੱਖਿਆ ਦੇ ਨਾਲ ਨਾਲ ਉਦਯੋਗਿਕ ਸਿੱਖਿਆ ਸਕੂਲ ਵੀ ਸਥਾਪਿਤ ਕੀਤੇ ਜਾਣ। ਇਹਨਾਂ ਨੇ ਇਸ ਸਾਰਜੈਂਟ ਯੋਜਨਾ ਦੇ ਵਿੱਚ ਕਿਹਾ ਗਿਆ ਕਿ ਜੋ ਐਜੂਕੇਸ਼ਨ ਦੇ ਨਾਲ ਨਾਲ ਉਦਯੋਗਿਕ ਜੋ ਸਕੂਲ ਨੇ ਉਹ ਵੀ ਸਥਾਪਿਤ ਕੀਤੇ ਜਾਣ। 2 ਪ੍ਰਕਾਰ ਦੇ ਸਕੂਲ ਹੋਣ ਦੋਸਤੋ, 2 ਪ੍ਰਕਾਰ ਦੇ, ਕਿ ਇੱਕ ਤਾਂ ਅਕੈਡਮਿਕ ਹੋਣ ਅਤੇ ਦੂਸਰੇ ਕਿਹੜੇ ਹੋਣ ਉਦਯੋਗਿਕ ਸਕੂਲ ਹੋਣ। ਸਾਰਜੈਂਟ ਸਿੱਖਿਆ ਯੋਜਨਾ ਦੇ ਅਧੀਨ ਸਿੱਖਿਆ ਦਾ ਕਹਿ ਸਕਦੇ ਹਾਂ ਕਿ ਪੁਨਰ ਨਿਰਮਾਣ ਕੀਤਾ ਜਾਏ। 40 ਸਾਲ ਤੱਕ ਕੀ ਹੈ ਪੁਨਰ ਨਿਰਮਾਣ ਕੀਤਾ ਜਾਏ। ਬਾਅਦ ਵਿੱਚ ਦੋਸਤੋ ਜੋ ਭਾਰਤ ਦੀ ਆਜ਼ਾਦੀ ਤੋਂ ਬਾਅਦ ਖੈਰ ਸਮਿਤੀ ਨੇ ਕੀ ਹੈ ਦੋਸਤੋ ਖੈਰ ਸਮਿਤੀ ਜੋ ਬਣੀ ਸੀਗੀ, ਇਹ ਸਮਾਂ ਘਟਾ ਕੇ ਕੀ ਹੈ ਦੋਸਤੋ ਜੋ 40 ਸਾਲ ਦਾ ਸਮਾਂ ਰੱਖਿਆ ਸੀਗਾ ਪੁਨਰ ਜਾਗ੍ਰਿਤੀ ਦਾ, ਉਸ ਨੂੰ ਕੀ ਹੈ 16 ਸਾਲ ਤੱਕ ਕਰ ਦਿੱਤਾ ਸੀਗਾ। ਤਾਂ ਇਹ ਸੀਗੀਆਂ ਦੋਸਤੋ ਜੋ ਭਾਰਤ ਦੇ ਵਿੱਚ ਜੋ ਵੀ ਜਿੰਨੀਆਂ ਵੀ ਯੋਜਨਾਵਾਂ ਆਈਆਂ ਉਹ ਕੀ ਸੀਗੀਆਂ ਅੰਗਰੇਜ਼ਾਂ ਦੇ ਅੰਡਰ ਆਈਆਂ। ਤਾਂ ਦੋਸਤੋ ਇਸ ਤੋਂ ਬਾਅਦ ਜੋ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਕ ਯੋਜਨਾ ਆਊਗੀ ਰਾਧਾ ਕ੍ਰਿਸ਼ਨ ਯੋਜਨਾ। ਇਹ ਦੋਸਤੋ 1948-49 ਦੇ ਵਿੱਚ ਭਾਰਤ ਦੇ ਵਿੱਚ ਆਪਣੀ ਜੋ ਸਿੱਖਿਆ ਨੀਤੀਆਂ ਹੈ ਉਹਨਾਂ ਦੇ ਵਿੱਚ ਕੁਝ ਸੁਧਾਰ ਕਰਨ ਦੇ ਲਈ ਆਊਗੀ। ਤਾਂ ਦੋਸਤੋ ਇਹ ਸਨ ਸਾਡੀਆਂ ਜੋ ਬ੍ਰਿਟਿਸ਼ ਸ਼ਾਸਨ ਦੇ ਅੰਡਰ ਜੋ ਵੀ ਜਿੰਨੀਆਂ ਵੀ ਸਾਡੀਆਂ ਸਿੱਖਿਆ ਨੀਤੀਆਂ ਸਨ ਉਹ ਸਨ। ਥੈਂਕ ਯੂ ਵੈਰੀ ਮੱਚ। ਤੁਹਾਨੂੰ ਵੀਡੀਓ ਕਿਸ ਪ੍ਰਕਾਰ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੋਸਤੋ। ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ। ਥੈਂਕ ਯੂ ਵੈਰੀ ਮੱਚ।